ਸਤਿ ਸ਼੍ਰੀ ਅਕਾਲ। ਨਵਾਂ ਪੰਜਾਬ 'ਚ ਤੁਹਾਡਾ ਸਾਰਿਆਂ ਦਾ ਸਵਾਗਤ। ਜੀ ਆਇਆਂ। ਮੈਂ ਹਾਂ ਨਵਨੀਤ ਸਿੰਘ ਵਧਵਾ। ਦਸੰਬਰ ਦਾ ਅਖੀਰਲਾ ਹਫਤਾ ਪੰਜਾਬ 'ਚ ਸ਼ਹੀਦੀ ਸਭਾਵਾਂ ਦੇ ਤੌਰ ਤੇ ਮਨਾਇਆ ਜਾਂਦਾ ਹੈ ਔਰ ਦੇਸ਼ ਵਿਦੇਸ਼ ਤੋਂ ਸੰਗਤ ਜਿਹੜੀ ਹੈ ਸ਼ਹੀਦਾਂ ਦੀ ਉਸ ਪਾਵਨ ਪਵਿੱਤਰ ਤੇ ਇਤਿਹਾਸਿਕ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਵੱਡੀ ਗਿਣਤੀ 'ਚ ਇਕੱਠ ਹੁੰਦਾ ਹੈ। ਲੋਕ ਉਸ ਮਹਾਨ ਸ਼ਹਾਦਤਾਂ ਨੂੰ ਸਜਦਾ ਕਰਨ ਲਈ ਉੱਤੇ ਪਹੁੰਚਦੇ ਨੇ। ਪਰ ਲਗਾਤਾਰ ਇੱਕ ਮੰਗ ਲੰਬੇ ਸਮੇਂ ਤੋਂ ਹੋ ਰਹੀ ਹੈ, ਜਾਂ ਕਹਿ ਲਓ ਕਿ ਮੰਗ ਹੋਰ ਸ਼ਹਿਰਾਂ ਨੂੰ ਲੈ ਕੇ ਵੀ ਹੈ, ਪਰ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਲੈ ਕੇ ਇਹ ਮੰਗ ਇੱਕ ਵਾਰ ਫਿਰ ਤੋਂ ਜ਼ੋਰ ਫੜੀ ਹੈ ਕਿ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸਥਾਨ, ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੌਰਾਨ ਪੰਜਾਬ ਸਰਕਾਰ ਨੇ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸੀ, ਜਿਸ ਨੂੰ ਲੈ ਕੇ ਕਿੰਤੂ ਪਰੰਤੂ ਬਹੁਤ ਹੋਏ ਸੀ। ਪਰ ਅੱਜ ਕਿੰਤੂ ਪਰੰਤੂ ਦੀ ਗੱਲ ਅਸੀਂ ਨਹੀਂ ਕਰਾਂਗੇ। ਸਿਰਫ ਇੱਕ ਮੁਹਿੰਮ ਜਿਹੜੀ ਹੁਣ ਚਲਾਈ ਗਈ ਹੈ ਕਿ ਸ੍ਰੀ ਫਤਿਹਗੜ੍ਹ ਸਾਹਿਬ ਜਿਹੜੀ ਕਿ ਪਵਿੱਤਰ, ਇਤਿਹਾਸਿਕ ਤੇ ਸ਼ਹਾਦਤ ਨੂੰ ਯਾਦ ਕਰਨ ਵਾਲੀ ਧਰਤੀ ਹੈ, ਆਖਿਰਕਾਰ ਉਹਨੂੰ ਕਿਉਂ ਨਹੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾ ਸਕਦਾ। ਔਰ ਇਸ ਪੂਰੀ ਮੁਹਿੰਮ ਨੂੰ ਚਲਾਉਣ ਵਾਲੇ ਪ੍ਰੋਫੈਸਰ ਪੰਡਿਤ ਰਾਓ ਧਨੀਰਵਰ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ। ਸ਼ੁਕਰੀਆ, ਮਿਹਰਬਾਨੀ ਸਰ, ਸ਼ੁਕਰੀਆ। ਇੱਕ ਮੁਹਿੰਮ ਤੁਸੀਂ ਮੁਹਿੰਮਾਂ ਤੇ ਲਗਾਤਾਰ ਚਲਾਉਂਦੇ ਰਹੇ, ਚਾਹੇ ਗਾਣਿਆਂ ਨੂੰ ਲੈ ਕੇ, ਹਥਿਆਰਾਂ ਨੂੰ ਲੈ ਕੇ। ਇੱਕ ਹੁਣ ਜਿਹੜੀ ਇੱਕ ਮੁਹਿੰਮ ਤੁਸੀਂ ਸ਼ੁਰੂ ਕੀਤੀ ਹੈ, ਪੰਜਾਬੀ ਵਾਲੀ ਵੀ ਚਲੋ ਪਹਿਲੇ ਤੁਸੀਂ ਕੀਤੀ, ਵਜ੍ਹਾ ਕੀ ਹੈ? ਮਤਲਬ ਤੁਹਾਨੂੰ ਕਿਉਂ ਲੱਗ ਰਿਹਾ ਹੈ ਕਿ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ? ਵਜ੍ਹਾ ਤਾਂ ਇੱਕੋ ਇੱਕ ਹੈ ਸਰ। ਪੂਰੇ ਇਤਿਹਾਸ ਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਇਤਿਹਾਸ ਦੀ ਕਿਤਾਬ ਕੱਢ ਕੇ ਦੇਖੋ, 4 ਸਾਹਿਬਜ਼ਾਦੇ ਦੀ ਸ਼ਹਾਦਤ, ਮਾਤਾ ਗੁਜਰੀ ਦੀ ਸ਼ਹਾਦਤ ਇੰਨੀ ਵੱਡੀ ਪੱਧਰ ਤੇ ਕਿੱਥੇ ਵੀ ਉਦਾਹਰਣ ਤੁਹਾਨੂੰ ਨਹੀਂ ਮਿਲਣਗੇ। ਸਾਹਿਬਜ਼ਾਦੇ ਦੀ ਹਿੰਮਤ, ਸਾਹਸ, ਤਿਆਗ, ਬਲਿਦਾਨ ਇੱਕ ਪਾਠ ਸੀਖ ਹੋ ਸਕਦਾ ਸਾਰੇ ਬੱਚਿਆਂ ਲਈ, ਦੇਸ਼ ਦੀ, ਦੁਨੀਆ ਦੇ ਬੱਚਿਆਂ ਲਈ। ਪਰ ਫਿਰ ਵੀ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਦੀ ਦਰਜਾ ਨਹੀਂ ਦਿੱਤਾ ਗਿਆ। ਜੇ ਟੂਰਿਸਟ, ਰਿਲੀਜੀਅਸ ਟੂਰਿਸਟ ਨਹੀਂ ਬਣਾਓਗੇ, ਲੋਕ ਨਹੀਂ ਪਹੁੰਚਣਗੇ, ਲੋग उस इतिहास तो वंचित होंगे। मेरा मकसद ये को एक है कि दुनिया तक, पूरे विश्व भर साहबजादे दी योगदान पहचान होवे, लोग उत्थे पहुँचे, मत्था टेके और प्रभावित, उत्साहित होकर अपना जिंदगी सुधर जावे। इसलिए मैं ये मुहिम चलाया। ਨਹੀਂ, ਇਸ ਮੁਹਿੰਮ ਦਾ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਸਮਝਣਾ ਚਾਹ ਰਿਹਾ ਕਿ ਫਤਿਹਗੜ੍ਹ ਸਾਹਿਬ ਤੇ ਆਲਰੇਡੀ ਲੱਗਿਆ ਹੋਇਆ ਨਾ। ਜੀ ਜੀ। ਫਰਕ ਕੀ ਪੈ ਜਾਏਗਾ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਨਾਲ? ਮਤਲਬ ਮੈਂ ਇਹ ਵੀ ਥੋੜਾ ਜਿਹਾ ਮੈਂ ਚਾਹ ਰਿਹਾ ਕਿ ਲੋਕ ਇਹ ਸਮਝਣ ਕਿ ਫਰਕ ਪਏਗਾ ਕੀ। हाँ, फ़र्क बहुत सारे हो जाएंगे, क्योंकि सरकार ਦੀ ਨੀਤੀ ਹੈ ਕਿ ਜਿਹੜੇ ਵੀ ਸ਼ਹਿਰ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਹੋ ਜਾਂਦਾ ਹੈ, ਉਸ ਤੋਂ ਬਾਅਦ ਸਰਕਾਰ ਦੀ ਨੀਤੀ ਨਿਯਮ ਉਸ 'ਤੇ ਲਾਗੂ ਹੋ ਜਾਂਦੇ ਨੇ, ਪਾਲਿਸੀ ਬਣ ਜਾਂਦੇ ਨੇ। ਬਕਾਇਦਾ ਬਜਟ ਦੇ ਵਿੱਚ ਕੁਝ ਬਜਟ ਰੱਖਿਆ ਜਾਂਦਾ ਹੈ ਉਸ ਸ਼ਹਿਰ ਨੂੰ ਵਿਕਸਿਤ ਕਰਨ ਲਈ, ਦੁਨੀਆ ਤੱਕ ਉਸ ਦੀ ਸੰਦੇਸ਼ ਪਹੁੰਚਾਉਣ ਲਈ। ਜਿਵੇਂ ਵਾਰਾਣਸੀ ਨੂੰ ਉਹਨਾਂ ਨੇ ਪਵਿੱਤਰ ਸ਼ਹਿਰ ਘੋਸ਼ਣਾ ਕਰਕੇ ਉੱਤੇ ਬਹੁਤ ਸਾਰੇ ਵਿਕਾਸ ਹੋਇਆ ਹੈ। ਕਹਿਣ ਦਾ ਭਾਵ ਹੈ ਉੱਥੇ ਡਬਲ ਫਾਇਦਾ ਨੇ। ਇੱਕ, ਪੰਜਾਬ ਸਰਕਾਰ ਆਪਣੇ ਬਜਟ ਦੇ ਵਿੱਚ ਪੈਸਾ ਰੱਖੇਗਾ ਉਸ ਥਾਂ ਨੂੰ ਵਿਕਸਿਤ ਕਰਨ ਲਈ। ਦੂਜਾ, ਕੇਂਦਰ ਸਰਕਾਰ ਵੀ ਫੰਡਿੰਗ ਕਰਦੀ ਹੈ, ਉਹ ਪਾਲਿਸੀ ਵਿੱਚ ਹੈ। ਪ੍ਰਸਾਦ ਸਕੀਮ ਹੈ ਉਹਨਾਂ ਦੀ ਜੀ ਹੈ ਤਹਿਤ ਕਿ ਤੁਸੀਂ ਜਿਹੜਾ ਸ਼ਹਿਰ ਅਨਾਉਂਸ ਕਰਕੇ ਜਾਂ ਕੁਝ ਟੂਰਿਸਟ ਪਲੇਸ ਦੇ ਤੌਰ ਤੇ ਪਵਿੱਤਰ ਕਰੋਗੇ ਤਾਂ ਉਹਦੀ ਫੰਡਿੰਗ ਆਉਂਦੀ ਹੈ। ਜੀ ਬਿਲਕੁਲ, ਕੇਂਦਰ ਸਰਕਾਰ ਤੋਂ। ਇਸ ਲਈ ਜੇਕਰ ਤੁਸੀਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਲੋਕਾਂ ਦੀ ਆਰਥਿਕ, ਸਮਾਜਿਕ, ਸ਼ੈਕਸ਼ਨਿਕ ਅਤੇ ਰਾਜਨੀਤਿਕ ਸਥਿਤੀ ਦੇਖੋਗੇ, ਫਿਲਹਾਲ ਮੌਜੂਦਾ ਸਮੇਂ ਦੀ ਬਹੁਤ ਪਿੱਛੇ ਦੂਜੇ ਜ਼ਿਲ੍ਹੇ ਤੋਂ ਕੰਪੇਅਰ ਕਰੋਗੇ। ਇੱਕ ਮੰਤਰੀ ਦਾ ਨਾਂ ਦੱਸੋ ਮੈਨੂੰ ਜੋ ਕੈਬਨਿਟ ਵਿੱਚ ਹੈ ਫਤਿਹਗੜ੍ਹ ਸਾਹਿਬ ਤੋਂ। ਕਿਉਂ ਨਹੀਂ ਮੰਤਰੀ ਬਣ ਸਕਦੇ? ਨਹੀਂ ਹੈ। ਐਜੂਕੇਸ਼ਨਲ ਇੰਸਟੀਟਿਊਸ਼ਨ ਦੀ ਗੱਲ ਕਰੋ, ਇੱਕ ਵੀ ਮੈਡੀਕਲ ਕਾਲਜ ਨਹੀਂ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ। ਪੂਰੇ ਡਿਸਟ੍ਰਿਕਟ 'ਚ ਨਹੀਂ। ਫਤਿਹਗੜ੍ਹ ਸਾਹਿਬ ਸ਼ਹਿਰ ਦੀ ਗੱਲ ਕਰ ਰਿਹਾ ਜੀ, ਨਹੀਂ ਹੈ। ਸੈਕਸ਼ਨ ਪੱਤਰ ਹੋ ਗਏ ਜੀ, ਪੋਲੀਟੀਕਲ ਹੋ ਗਿਆ, ਐਜੂਕੇਸ਼ਨਲ ਅਤੇ ਇਕਨੋਮਿਕ ਕੰਡੀਸ਼ਨ ਵੀ ਬਹੁਤ ਪਿੱਛੇ ਹੈ। ਉੱਥੇ ਸੜਕ ਵਿਕਾਸ, ਇੱਕ ਕੁਐਸਚਨ ਮੈਂ ਬਾਅਦ ਵਿੱਚ ਦੱਸ ਦੇਣਾ, ਉਹ ਸੜਕ ਵੀ ਠੀਕ ਨਹੀਂ ਹੈ। ਔਰ ਚੰਡੀਗੜ੍ਹ ਤੋਂ ਤੁਸੀਂ ਫਤਿਹਗੜ੍ਹ ਸਾਹਿਬ ਜਾਓਗੇ, ਰੋਡ ਇੰਨੀ ਰਸ਼ ਹੈ,
डबल है ही नहीं है, सिंगल रोड ਲਾਂਡਰਾ है, ਤੋਂ ਤੁਸੀਂ ਸ਼ੁਰੂ ਕਰੋ, ਚੁੰਨੀ ਹੁੰਦੇ ਫਤਿਹਗੜ੍ਹ ਸਾਹਿਬ ਤੋਂ ਸਿੰਗਲ ਹੀ ਹੈ। सिंगल है। ਹਾਦਸੇ ਐਸੇ ਕਰਕੇ ਹੁੰਦੇ ਵੀ ਹੈ ਕਿਉਂਕਿ ਧੁੰਦ ਦਾ ਸਮਾਂ ਹੁੰਦਾ। बहुत ज़्यादा सर, इन्नी रश है, इवन हर वक्त रश ਹੁੰਦੇ ਹੈ। ਇਸ ਲਈ ਉਸ ਇਲਾਕੇ ਦੀ ਵਿਕਾਸ ਲਈ, ਉਸ ਇਲਾਕੇ ਦੀ ਲੋਕਾਂ ਦੀ ਤਰੱਕੀ ਲਈ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਣਾ ਕਰਨ ਦੀ ਲੋੜ ਹੈ, ਤਾਂ ਕਿ ਲੋਕਾਂ ਦੀ ਵਿਕਾਸ ਹੋਵੇ, ਉਹ ਫਤਿਹਗੜ੍ਹ ਸਾਹਿਬ ਦੀ ਇਤਿਹਾਸ ਦੁਨੀਆ ਤੱਕ ਪਹੁੰਚੇ। ਇਸ ਲਈ ਮੈਂ ਰੱਖਿਆ। ਪਰ ਕੱਲ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਨਾ ਕਿਸੇ ਨੇ ਤੁਹਾਡੇ ਬਾਰੇ ਸਵਾਲ ਕੀਤਾ ਸੀ ਜੀ, ਕਿਉਂਕਿ ਪਰਸੋਂ ਹੀ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਅੰਮ੍ਰਿਤਸਰ ਤੇ ਤਲਵੰਡੀ ਸਾਬੋ ਤੇ ਦੂਜਾ ਅਨੰਦਪੁਰ ਸਾਹਿਬ ਵਾਲਾ ਆਇਆ, ਤੇ ਉਹਨਾਂ ਨੇ ਕਿਹਾ ਵੀ ਫਤਿਹਗੜ੍ਹ ਸਾਹਿਬ ਨੂੰ ਲੈ ਕੇ ਵੀ ਮੰਗ ਹੋ ਰਹੀ। ਕਹਿੰਦੇ ਅਜਿਹਾ ਕੋਈ ਸਾਡੇ ਕੋਲ ਅਜੇ ਕੋਈ ਪ੍ਰਪੋਜ਼ਲ ਜਾਂ ਲੋਕਾਂ ਦੀ ਮੰਗ ਅਜਿਹੀ ਆਈ ਨਹੀਂ। ਮੁੱਖ ਮੰਤਰੀ ਸਾਹਿਬ ਨੇ ਕਹੀ ਇਹ ਗੱਲ ਕਿ ਅਜਿਹੇ ਕੋਈ ਮੰਗ ਨਹੀਂ ਆਈ ਫਿਲਹਾਲ, ਪਰ ਲੋਕ ਚਾਹੁੰਦੇ ਕੀ ਨੇ? ਮਤਲਬ ਤੁਸੀਂ ਹੁਣੇ ਮੈਨੂੰ ਜਾਣਕਾਰੀ ਦੇ ਰਹੇ ਸੀ ਕਿ ਕੁਝ ਲੋਕਾਂ ਦੇ ਨਾਲ ਤੁਸੀਂ ਗੱਲ ਕੀਤੀ, ਉਹ ਡੇਟਾ ਹੈ ਕੀ? ਜੀ ਮੈਂ ਬਹੁਤ ਸਭ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਦੀ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਲਵੰਡੀ ਸਾਹਿਬ ਨੂੰ 3 ਪਵਿੱਤਰ ਸ਼ਹਿਰ ਘੋਸ਼ਣਾ ਕਰ ਦਿੱਤੇ ਨੇ। ਇਤਿਹਾਸਿਕ ਹੈ, ਲੋਕ ਬਹੁਤ ਖੁਸ਼ ਨੇ। ਇਸੀ ਮੁੱਦੇ ਨੂੰ ਲੈ ਕੇ ਮੈਂ ਫਤਿਹਗੜ੍ਹ ਸਾਹਿਬ ਦੀ ਹਰ ਗਲੀ ਗਲੀ ਵਿੱਚ ਜਾ ਕੇ ਲੋਕਾਂ ਨੂੰ ਪੁੱਛਿਆ। ਇੱਕ ਟੀਚਰ ਹੋਣ ਦੇ ਨਾਤੇ ਇੱਕ ਮੇਰਾ ਫਰਜ਼ ਹੈ, ਕੋਈ ਵੀ ਗੱਲ ਕਰਦੇ ਅਸੀਂ ਤਰਕ ਨਾਲ, ਤੁਕ ਨਾਲ ਤੇ ਲੌਜਿਕ ਨਾਲ ਤੇ ਰਿਸਰਚ ਕਰਕੇ, ਖੋਜ ਕਰਕੇ, ਸਰਵੇ ਕਰਕੇ ਅਸੀਂ ਗੱਲ ਕਰਦੇ। ਇਸ ਲਈ ਮੈंने ਇੱਕ ਕੁਐਸਚਨਰ ਬਣਾਇਆ। ਉੱਥੇ ਮੈਂ ਤੁਸੀਂ ਦੇਖ ਸਕਦੇ ਹੋ ਕੁਐਸਚਨਸ 5 ਕੁਐਸਚਨ ਪੁੱਛਿਆ ਮੈਂ। ਉਸ 5 ਕੁਐਸਚਨ ਦੀ 200 ਲੋਕਾਂ ਦੀ ਇੰਟਰਵਿਊ ਲਿੱਤੀ ਹੋਈ ਹੈ ਸਰ। 200 ਲੋਕ ਟੋਟਲ। ਤੇ ਇਹਦੇ ਚ ਕੀ ਸੈਂਪਲ ਸਾਈਜ਼ ਤੇ 200 ਹੋ ਗਿਆ, ਪਰ ਇਹਦੇ ਸੈਗਰੀਗੇਸ਼ਨ ਕੀ ਕੀਤੀ? ਸੈਗਰੀਗੇਸ਼ਨ ਹੈ ਜੀ 100 ਫਤਿਹਗੜ੍ਹ ਸਾਹਿਬ ਵਸਣ ਵਾਲੇ ਵਸਨੀਕ ਤੇ ਹੋਰ 100 ਸ਼ਰਧਾਲੂ ਜੋ ਬਾਹਰ ਤੋਂ ਆਉਂਦੇ ਨੇ ਜੀ। 100 200 ਹੋ ਗਏ ਜੀ। ਤੇ 200 ਲੋਕਾਂ ਦੀ ਇੰਟਰਵਿਊ ਲੈਣ ਤੋਂ ਬਾਅਦ ਏਜ ਗਰੁੱਪ 19 ਤੋਂ 25 ਤੋਂ ਅਬਵ ਵੀ ਨੇ, ਜੋ ਬਜ਼ੁਰਗ ਵੀ ਦਿੱਤੇ ਨੇ, ਪਰ ਮਹਿਲਾ ਵੀ ਨੇ ਇਹਦੇ ਵਿੱਚ ਤੇ ਪੁਰਸ਼ ਨੂੰ ਵੀ। ਉਹਦਾ ਕੀ ਪਰਸੈਂਟੇਜ ਹੈ? ਉਹਦੇ 90% ਮਹਿਲਾ ਪੁਰਸ਼ ਨੇ ਤੇ 10% ਮਹਿਲਾ ਵੀ ਨੇ। ਤੇ ਉਸ ਤੋਂ ਇਲਾਵਾ ਸਰ ਹੋਰ ਬੜਾ ਮਜ਼ੇਦਾਰ ਹੈ, ਇਹਦੇ ਵਿੱਚ ਨਾ ਸਿਰਫ ਸਿੱਖ ਨੇ, ਹਿੰਦੂ ਨੇ ਵੀ ਸੈਂਪਲ ਦੇ ਵਿੱਚ, ਮੁਸਲਿਮ ਵੀ ਸੈਂਪਲ ਵੀ ਸ਼ਾਮਿਲ ਨੇ। ਅੱਛਾ, ਉਹਨਾਂ ਤੋਂ ਵੀ ਸਰਵੇ ਕੀਤਾ? ਜੀ ਜੀ। ਮੈਂ ਹੁਣ ਜਿਹੜਾ ਇੱਕ ਸਰਵੇ ਦੇ ਵਿੱਚ ਤੁਸੀਂ ਉੱਪਰ ਮਿਨੀ ਖੋਜ ਕਰਕੇ ਇਹਨੂੰ ਨਾਮ ਦਿੱਤਾ ਹੈ, ਇਹ ਕੋਸ਼ਿਸ਼ ਇੱਕ ਮਿਨੀ ਖੋਜ ਕਰਨ ਦੀ ਹੈ, ਜਿਸ ਰਾਹੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਲੋਕ ਚਾਹੁੰਦੇ ਹਨ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹਿਰ ਨੂੰ ਪਵਿੱਤਰ ਸ਼ਹਿਰ ਦੇ ਰੂਪ ਵਿੱਚ ਵੇਖਿਆ ਜਾਵੇ। ਇਸ ਖੋਜ ਰਾਹੀਂ ਇਹ ਪਤਾ ਲਗਾਇਆ ਜਾਵੇਗਾ ਕਿ ਕਿੰਨੇ ਲੋਕ ਸਰਕਾਰ ਦੁਆਰਾ ਸ਼੍ਰੀ ਫਤਿਹਗੜ੍ਹ ਸ਼ਹਿਰ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕਰਾਉਣਾ ਚਾਹੁੰਦੇ ਹਨ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਸਿਰਫ ਖੋਜ ਲਈ ਪ੍ਰਯੋਗ ਕੀਤੀ ਜਾਏਗੀ। ਥੱਲੇ ਤੁਹਾਡਾ ਨਾਮ, ਐਡਰੈਸ ਲਿਖਿਆ ਜੀ, ਔਰ ਮੁੱਢਲੀ ਜਾਣਕਾਰੀ, ਲੋਕਾਂ ਦਾ ਨਾਮ, ਉਮਰ, ਮੋਬਾਈਲ ਨੰਬਰ ਵੀ ਤੁਸੀਂ ਲਏ ਹੋਏ ਹੈ ਜੀ, ਰਿਹਾਇਸ਼ ਦਾ ਸਥਾਨ ਕਿ ਉਹ ਫਤਿਹਗੜ੍ਹ ਸਾਹਿਬ ਦਾ ਜਾਂ ਬਾਹਰਲਾ, ਤੇ ਜੈਂਡਰ ਲਿੰਗ ਕਿ ਮੇਲ ਫੀਮੇਲ, ਔਰ ਧਰਮ ਸਿੱਖ ਜਾਂ ਜੋ ਵੀ ਹੈ ਜੀ। ਹੁਣ ਇਹ ਪਹਿਲਾ ਸਵਾਲ ਇਹਦਾ ਕੀ ਹੈ? ਤੁਸੀਂ ਮੈਨੂੰ ਦੱਸੋ ਕਿ ਕੀ ਸਵਾਲ ਨੇ। ਬਹੁਤ ਪਹਿਲਾ ਸਵਾਲ ਇਹ ਹੈ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ? ਤੇ ਆਪਸ਼ਨ ਰੱਖਿਆ ਮੈਂ ਹਾਂ, ਨਾ ਤੇ ਹੋ ਸਕਦਾ ਹੈ। ਇਹਦੇ ਵਿੱਚ 200 ਲੋਕਾਂ ਦੇ ਵਿੱਚ ਸਾਰੇ 200 ਲੋਕਾਂ ਨੇ ਕਿਹਾ ਹਾਂ। ਅੱਛਾ, ਇਹ ਹੋ ਗਿਆ ਪਹਿਲਾ ਸਵਾਲ ਜੀ, ਕਿ ਕੀ ਤੁਸੀਂ ਚਾਹੁੰਦੇ ਹੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਜਾਣਾ ਚਾਹੀਦਾ? 200 ਦੇ 200 ਬੰਦਿਆਂ ਨੇ ਕਿਹਾ ਕਿ ਯੈਸ ਕੀਤਾ ਜਾਣਾ ਚਾਹੀਦਾ। ਜੀ। ਹੁਣ ਮੈਨੂੰ ਇਹ ਦੱਸੋ, ਜਦੋਂ ਇਹ ਸਵਾਲ ਲੈ ਕੇ ਤੁਸੀਂ ਲੋਕਾਂ ਦੇ, ਮੈਂ ਇੱਕ ਕਰਕੇ ਸਵਾਲ ਤੇ ਥੋੜਾ ਡਿਟੇਲ ਡਿਸਕਸ਼ਨ ਕਰਾਂਗੇ, ਜਦੋਂ ਇਹ ਸਵਾਲ ਲੈ ਕੇ ਲੋਕਾਂ 'ਚ ਤੁਸੀਂ ਗਏ ਤੇ ਲੋਕਾਂ ਦਾ ਰਿਸਪੌਂਸ ਕੀ ਸੀ? ਕਿਸ ਤਰ੍ਹਾਂ ਦੀਆਂ ਗੱਲਾਂ ਲੋਕ ਕਰ ਰਹੇ ਸੀ? ਇਹ ਤੇ ਕੱਲਾ ਮਤਲਬ ਸਰਵੇ ਤੇ ਯੈਸ ਨੋ ਹੋ ਗਿਆ, ਪਰ ਮੈਂ ਉਹ ਇਨ ਡੈਪਥ ਵੀ ਤੁਹਾਡੇ ਤੋਂ ਸਮਝਣਾ ਚਾਹ ਰਿਹਾ ਕਿ ਲੋਕ ਕਹਿ ਕੀ ਰਹੇ ਸੀ। ਮਹਾਰਾਜ ਮੈਂ ਕਹਿ ਦੇਣਾ, ਲੋਕ ਕੁਐਸਚਨ ਪੜ੍ਹਦੇ ਹੀ ਉਹ ਪੈਨ ਫੜੋ, ਮੈਨੂੰ ਪੈਨ ਦਿਓ, ਪੈਨੋ, हाँ जी हाँ, तुरंत हाँ। कोई ना दी सवाल ही नहीं, कोई एक बीज ना दी सवाल नहीं उठा, सारे हाँ हाँ हाँ। ਤਰਕ ਕੀ ਦਿੱਤੇ ਲੋਕਾਂ ਨੇ? ਤਰਕ ਇਹ ਕਹਿੰਦੇ ਨੇ ਇਹ ਬਹੁਤ ਪਹਿਲੇ ਹੋਣਾ ਚਾਹੀਦਾ, ਸਭ ਤੋਂ ਪਹਿਲਾਂ ਬਹੁਤ ਸਾਲ ਤੋਂ ਪਹਿਲਾਂ ਹੋਣਾ ਚਾਹੀਦਾ, ਹੁਣ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ ਸਾਰੇ ਕਰਨਗੇ, ਸਰਕਾਰ ਕਰੇਗੀ, ਚਲੋ ਜੀ ਠੀਕ ਕਰੋ। ਮਤਲਬ ਲੋਕ ਪੋਜ਼ਿਟਿਵ ਨੇ, ਲੋਕ ਚਾਹੁੰਦੇ ਨੇ ਕਿ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕਰਨਾ ਚਾਹੀਦਾ। ਠੀਕ ਹੈ। ਦੂਜਾ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਗੁਰੂਦੁਆਰਾ ਤੋਂ ਲੈ ਕੇ ਜੋਤੀ ਸਰੂਪ ਸਾਹਿਬ ਤੱਕ ਦੀ ਸੜਕ ਨੂੰ ਵਿਕਸਿਤ ਸੜਕ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ, ਵਿਰਾਸਤੀ ਰੋਡ ਦੇ ਰੂਪ ਵਿੱਚ? ਜਿਵੇਂ ਸ੍ਰੀ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਬਣਾਈ ਹੈ ਜੀ, ਦਰਬਾਰ ਸਾਹਿਬ ਤੇ ਆਈ ਥਿੰਕ ਅਕਾਲੀ ਸਰਕਾਰ ਵੇਲੇ ਹੋ ਗਈ ਸੀ ਜਿਹੜੀ ਉਹ ਬਣਾਈ ਗਈ ਸੀ।
ਜੀ ਟਾਊਨ ਹਾਲ ਜਾਂ ਉਹ ਮੇਰੇ ਖਿਆਲ ਪਾਰਟੀਸ਼ਨ ਵਾਲੇ ਮਿਊਜ਼ੀਅਮ ਤੋਂ ਲੈ ਕੇ ਔਰ ਦਰਬਾਰ ਸਾਹਿਬ ਤੱਕ, ਇਹਦਾ ਕੀ ਰਿਜ਼ਲਟ ਰਿਹਾ? ਇਹਦੇ ਵਿੱਚ 200 ਦੇ ਵਿੱਚ ਸਾਰੇ 200 ਲੱਗੇ ਨੇ, ਹਾਂ ਵਿਰਾਸਤੀ ਰੋਡ ਬਣਨਾ ਚਾਹੀਦਾ ਹੈ। ਪਰ ਇੱਕ ਚੀਜ਼ ਹੋਰ ਵੀ ਹੈ ਜੀ। ਪ੍ਰੋਫੈਸਰ ਸਾਹਿਬ, ਉਹਦੇ ਨਾਲ ਸਰਕਾਰਾਂ ਦੇ ਖਰਚੇ ਵੀ ਵੱਧ ਜਾਣੇ, ਤੁਹਾਨੂੰ ਇੱਕੋ ਥੀਮ ਤੇ ਸਾਰਾ ਕੁਝ ਕਰਨਾ ਪੈਣਾ, ਉੱਥੋਂ ਦੇ ਵਪਾਰੀਆਂ ਦੀ ਕੰਸਰਨ ਲੈਣੀ ਪੈਣੀ ਹੈ, ਠੀਕ ਹੈ, ਫਿਰ ਤੁਹਾਨੂੰ ਬਹੁਤ ਸਾਰੇ ਟ੍ਰੈਫਿਕ ਡਾਈਵਰਟ ਵੀ ਕਰਨੇ ਪੈਣੇ ਆ ਉਸ ਵਿਰਾਸਤੀ ਸੜਕ ਨੂੰ ਵੇਖਦੇ ਹੋ, ਮਤਲਬ ਉਹ ਉਸ ਬਾਰੇ ਲੋਕਾਂ ਦਾ ਕੀ ਕਹਿਣਾ ਸੀ? ਨਹੀਂ, ਮੈਂ ਇਹਦੇ ਵਿੱਚ ਨਾ 100 ਜੋ ਵਸਨੀਕ ਨੇ 100 ਦੇ ਇੰਟਰਵਿਊ ਲਿੱਤੀ, ਇਸਦੇ ਵਿੱਚ 50% ਤੋਂ ਵੱਧ ਉਹ ਦੁਕਾਨਦਾਰ ਦੇ ਵੀ ਇੰਟਰਵਿਊ ਹੈ ਸਰ। ਅੱਛਾ, ਲਿਆ ਉਹ? हाँ, मैं ताही तो पूरा मैं ज्योति स्वरूप साहब तो ही इंटरव्यू लेना शुरू करता। ਫਤਿਹਗੜ੍ਹ ਸਾਹਿਬ ਦੇ ਮੇਨ ਗੁਰੂਦੁਆਰਾ ਤੱਕ ਜਿੰਨੇ ਵੀ ਦੁਕਾਨ ਨੇ ਲਾਈਨ, ਉਹਨਾਂ ਦੀ ਇੰਟਰਵਿਊ ਹੈ ਸਰ ਇਹਦੇ ਵਿੱਚ ਸ਼ਾਮਿਲ। ਉਹਨਾਂ ਦੀ ਰਾਏ ਹੈ ਕਿ ਇਹ ਵਿਕਸਿਤ ਹੋਣਾ ਚਾਹੀਦਾ ਵਿਰਾਸਤੀ ਰੋਡ ਤੇ ਪੱਧਰ ਤੇ। ਉਹਨਾਂ ਦਾ ਕਹਿਣਾ ਸੀ ਇਹਦੇ ਨਾਲ ਸਾਡੇ ਕੋਲ ਕਸਟਮਰ ਆਉਣਗੇ ਉਹ ਬਾਹਰ ਤੋਂ, ਜਿਹੜੇ ਦਾਰਸ਼ਨਿਕ ਆਉਂਦੇ ਨੇ ਜਾਂ ਸਦਰਾ ਆਉਂਦੇ ਨੇ, ਉਹ ਸਾਡੇ ਸ਼ਾਪ ਆਉਣਗੇ, ਸ਼ਾਪਿੰਗ ਹੋਏਗੀ, ਸਾਡੀ ਫਾਇਦਾ ਹੈ, ਉਹ ਹੋਣਾ ਚਾਹੀਦਾ। तो होर एक सज्जन कहते ने दुकान का मालिक सुंदर लगेगी, साफ सुथरा होएगी, एको जिहा लगेंगे, सारे ऐसे समान है, गुरु दी संदेश है, ਸਾਰੇ ਇੱਕੋ ਜਿਹੇ ਲੱਗਣਗੇ। ਇਹੋ ਜਿਹੀ ਸੋਚ ਲੋਕਾਂ ਦੀ ਦੇਖੋ ਇੰਨੀ। ਔਰ ਇੱਕੋ ਜਿਹੜਾ ਤੁਹਾਡਾ ਪੁਰਾਣਾ ਵਾਲਾ ਕੈਂਪੇਨ ਸੀ ਜਾਂ ਇੱਕ ਮੁਹਿੰਮ, ਜਿਹੜੇ ਪੰਜਾਬੀ ਚ ਲਿਖੇ ਸਾਰੇ ਬੋਰਡ, ਚਲੋ ਉਹ ਤੇ ਹੁਣ ਸਰਕਾਰ ਨੇ ਕਾਫੀ ਹੱਦ ਤੱਕ ਕਰਾ ਦਿੱਤਾ, ਪਰ ਮੈਨੂੰ ਲੱਗਦਾ ਕਿ ਜਦੋਂ ਇਹ ਵਿਰਾਸਤੀ ਸੜਕ ਦੇ ਤੌਰ ਤੇ ਉਹਨੂੰ ਵਿਕਸਿਤ ਕਰ ਦਿੱਤਾ ਜਾਏਗਾ ਤੇ ਇੱਕੋ ਥੀਮ ਚ ਗੁਰਮੁਖੀ ਚ ਲਿਖਿਆ ਹੋਇਆ ਸਾਰਾ ਕੁਝ, ਔਰ ਮਤਲਬ ਇੱਕ ਕਈ ਵਾਰੀ ਤੁਹਾਡੀ ਇਸ ਗੱਲ ਤੋਂ ਮੈਨੂੰ ਵੀ ਇਹ ਲੱਗਦਾ ਕਿ ਫਤਿਹਗੜ੍ਹ ਸਾਹਿਬ ਨਾ NH1 ਤੇ ਹੈ। ਬਹੁਤੇ ਲੋਕ ਜਿਹੜੇ ਵੈਸ਼ਨੋ ਦੇਵੀ ਜਾਣ ਵਾਲੇ, ਦਰਬਾਰ ਸਾਹਿਬ ਦਿੱਲੀ ਤੋਂ ਜਿਹੜੇ ਜਾਂਦੇ ਆ ਜਾਂ ਹੋਰ ਮੁਲਕ ਦੇ ਹਿੱਸਿਆਂ ਤੋਂ ਆਉਂਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈ ਜੀ। ਪਰ ਜੇ ਇਸ ਤਰ੍ਹਾਂ ਦਾ ਉਹਨੂੰ ਡਿਵੈਲਪ ਕਰ ਲਿਆ ਜਾਏਗਾ ਤੇ ਮੈਨੂੰ ਲੱਗਦਾ ਕਿ ਕੱਲਾ ਇਹਨਾਂ ਇੱਕ ਹਫ਼ਤੇ ਦੇ ਵਿੱਚ ਜਿਹੜੀ ਸੰਗਤ ਜੁੜਦੀ ਹੈ, ਉਹ ਤੇ ਚਲੋ ਇੱਕ ਸਭਾ ਦੇ ਵਿੱਚ ਆਉਣਾ ਇੱਕ ਵੱਖਰੀ ਗੱਲ ਹੈ, ਪਿੰਡਾਂ ਤੋਂ, ਸ਼ਹਿਰਾਂ ਤੋਂ, ਪੂਰੇ ਪੰਜਾਬ ਤੋਂ, ਪਰ ਜੇ ਇਸ ਤਰ੍ਹਾਂ ਦਾ ਵਿਕਸਿਤ ਹੋ ਗਿਆ ਤੇ ਮੈਨੂੰ ਲੱਗਦਾ ਕਿ 12 ਦੇ 12 ਮਹੀਨੇ ਜਿਹੜੀ ਟੂਰਿਸਟ ਪਲੇਸ ਦੇ ਤੌਰ ਤੇ ਵੀ ਇੱਕ ਵੱਡੀ ਡਿਵੈਲਪਮੈਂਟ ਹੋ ਸਕਦੀ ਹੈ। 100% ਇਹੀ ਉਹ ਲੋਕ ਦੀ ਸੋਚ ਸੀਗਾ ਕਿ ਇਹ ਵੱਡੀ ਪੱਧਰ ਤੇ ਲੋਕ ਇੱਥੇ ਪਹੁੰਚਣਗੇ, ਰੋਕਣਗੇ, ਰੋਕ ਕੇ ਉੱਥੇ ਸ਼ਾਪਿੰਗ ਹੋਏਗੀ, ਉਹਨਾਂ ਦੀ ਤਰੱਕੀ ਹੋਏਗੀ, ਮਤਲਬ ਦੁਕਾਨਦਾਰ ਦੀ ਸੋਚ ਇਹ ਹੈ ਨਾ, ਉਹਨਾਂ ਦੀ ਫਾਇਦਾ ਦੀ ਗੱਲ ਕਰਦੇ ਹੋ। ਹੋਰ ਇੱਕ ਬੋਰਡ ਦੀ ਗੱਲ ਕਿਹਾ ਕਿ ਜੋ ਕੁਝ ਸ਼ਾਪ ਦੀ ਨਾਮ ਪੰਜਾਬੀ ਚ ਨਹੀਂ ਹੈ, ਸਿਰਫ ਅੰਗਰੇਜ਼ੀ ਚ ਲਿਖੇ ਨੇ। ਉਹਨਾਂ ਨੂੰ ਮੈਂ ਕਿਹਾ ਮਾਨਯੋਗ ਮੁੱਖ ਮੰਤਰੀ ਕਿਹਾ ਹੈ, ਤੁਸੀਂ ਕਿਉਂ ਨਹੀਂ ਲਿਖਿਆ ਪੰਜਾਬੀ ਚ? ਮਾਨਯੋਗ ਮੁੱਖ ਮੰਤਰੀ ਦੀ ਹੁਕਮ ਹੈ, ਉਹ ਲਿਖਣਗੇ ਜੀ, ਬਾਅਦ ਵਿੱਚ ਦੇਖਣਗੇ ਤੁਸੀਂ ਵਿਰਾਸਤ ਸੜਕ ਤੇ ਰੋਕ ਕਰ ਦਿਓ ਜੀ, ਅਸੀਂ ਰਖਵਾਂਗੇ। ਇਸ ਦੀ ਸੋਚ ਲੋਕਾਂ ਦੀ। ਕਹਿਣ ਦਾ ਭਾਵ ਹੈ ਵਿਰਾਸਤੀ ਇੱਕ ਸੜਕ ਬਣ ਜਾਵੇ, ਉਹ ਸਮਾਨਤਾ, ਇਕੁਐਲਿਟੀ, ਸਾਰੇ ਸਮਾਨ ਹੈ ਇੱਥੇ, ਚਾਹੇ ਭਾਵੇਂ ਮੁਸਲਿਮ ਦੀ ਦੁਕਾਨ ਹੋਵੇ, ਹਿੰਦੂ ਦੀ ਦੁਕਾਨ ਵੀ ਉੱਥੇ ਬਹੁਤ ਨੇ, ਇੰਟਰਵਿਊ ਮੈਂ ਲਿੱਤਾ ਹੋਇਆ, ਸਾਰੇ ਸਮਾਨ ਹੈ ਉੱਥੇ। ਉਹ ਸਮਾਨਤਾ ਦੀ ਗੱਲ ਹੋਏਗੀ, ਗੁਰੂ ਦੀ ਸੰਦੇਸ਼ ਦਰਸਾਵੇਗੀ ਕਿ ਅਸੀਂ ਸਾਰੇ ਸਮਾਨ ਹੈ। ਬਾਹਰ ਤੋਂ ਜਿੰਨੇ ਵੀ ਉਹ ਲੰਘਦੇ ਉਹ ਹਾਈਵੇ ਤੇ, ਉਹ ਸੋਚਣਗੇ ਯਾਰ ਕਿੰਨੀ ਸੋਚ, ਵੱਡੀ ਸੋਚ ਇਹਨਾਂ ਦੀ। ਰੁਕਣਗੇ ਉਹ ਉੱਥੇ, ਮੱਥਾ ਟੇਕਣਗੇ, ਲੰਗਰ ਛਕਣਗੇ, ਸ਼ਾਪਿੰਗ ਕਰਨਗੇ, ਗੁਰੂ ਸਾਹਿਬਜ਼ਾਦੇ ਦੀ ਇਤਿਹਾਸ ਪੜ੍ਹ ਕੇ ਜਾਣਗੇ। ਮੈਨੂੰ ਲੱਗਦਾ ਹੈ ਇਹ ਸਵਾਲ ਦੀ ਜਵਾਬ ਮਿਲ ਗਿਆ। 200 ਲੋਕਾਂ ਨੇ ਕਿਹਾ, 200 ਦੇ 200 ਨੇ ਕਿਹਾ ਕਿ ਵਿਰਾਸਤੀ ਹੋਣਾ ਚਾਹੀਦਾ, ਚਾਹੇ ਉਹ ਰਹਿਣ ਵਾਲੇ ਉੱਥੋਂ ਦੇ ਨੇ ਜਾਂ ਬਾਹਰ ਵਾਲੇ। ਬਾਹਰ ਵਾਲੇ ਤਾਂ ਉਹ ਕਹਿਣਾ ਚਾਹੁੰਦੇ ਨੇ ਉਹ ਹੋਣਾ ਚਾਹੀਦਾ। ਤੀਜਾ ਕੀ? ਹਾਂ, ਤੀਜੇ ਸਵਾਲ ਬਹੁਤ ਕਮਾਲ ਦੀ ਸਵਾਲ ਹੈ ਸਰ, ਨੌਜਵਾਨ ਦੇ ਸੰਬੰਧਿਤ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਵਿਖੇ ਜੋੜ ਮੇਲੇ ਦੇ ਦੌਰਾਨ ਹੋਣ ਵਾਲੀ ਹੁੱਲੜਬਾਜ਼ੀ ਬੰਦ ਹੋਵੇ? ਹੁੱਲੜਬਾਜ਼ੀ, ਮੈਂ ਬਹੁਤ ਚਿੰਤਿਤ ਹਾਂ ਹੁੱਲੜਬਾਜ਼ੀ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਨੌਜਵਾਨ ਟਰੈਕਟਰ ਤੇ ਬਹੁਤ ਉੱਚੀ ਆਵਾਜ਼ ਨਾਲ ਪਹੁੰਚਦੇ ਨੇ। ਮਾਨਯੋਗ ਮੁੱਖ ਮੰਤਰੀ ਨੇ ਵੀ ਕਿਹਾ ਕੱਲ ਆਪਣੀ ਇੰਟਰਵਿਊ ਦੇ ਵਿੱਚ, ਪਰ ਉਹ ਸੁਣਦੇ ਨਹੀਂ ਨੌਜਵਾਨ। ਹੁਣ ਮੈਂ ਸਵਾਲ ਰੱਖਿਆ ਮੇਰਾ ਖੋਜ ਦੇ ਵਿੱਚ, ਮੇਰੇ ਸਰਵੇ ਦੇ ਵਿੱਚ, ਮੈਂ ਜਾਣਨਾ ਚਾਹੁੰਦਾ ਕਿ ਕੀ ਸੋਚਦੇ ਲੋਕ। ਮਹਾਰਾਜ 100% ਲੋਕਾਂ ਨੇ ਕਿਹਾ, ਮਤਲਬ 200 ਦੇ ਸਾਰੇ 200 ਲੋਕਾਂ ਨੇ ਕਿਹਾ ਹੁੱਲੜਬਾਜ਼ੀ ਬੰਦ ਹੋਵੇ। ਉਹ ਕਹਿੰਦੇ ਨੇ ਹੁੱਲੜਬਾਜ਼ੀ ਦੀ ਜਗ੍ਹਾ ਨਹੀਂ ਇੱਥੇ। ਇੱਥੇ ਜੇ ਗਾਉਣਾ ਹੈ ਉੱਚੀ ਆਵਾਜ਼ ਨਾਲ ਗਾਓ, ਉਸ ਸਾਹਿਬਜ਼ਾਦੇ ਦੀ ਗੁਣਗਾਨ ਗਾਓ, ਉਹ ਆਵਾਜ਼ ਇੱਥੋਂ ਨਿਕਲਣਾ ਚਾਹੀਦਾ, ਤੁਹਾਡੇ ਸਪੀਕਰ ਤੋਂ ਨਹੀਂ, ਤੁਹਾਡੇ ਉਹ ਹੁੱਲੜਬਾਜ਼ੀ ਤੋਂ ਨਹੀਂ, ਉੱਚੀ ਉੱਚੀ ਆਵਾਜ਼ ਨਾਲ ਡੀਜੇ ਤੇ ਨਹੀਂ। ਜਦੋਂ ਇਹ ਸਰਵੇ ਹੋਇਆ ਇਸ ਸਵਾਲ ਨੂੰ ਲੈ ਕੇ, ਫਿਰ ਕੀ ਲੋਕਾਂ ਦਾ ਰਿਐਕਸ਼ਨ ਸੀ? ਲੋਕ ਇਸ ਕੁਐਸਚਨ ਤੋਂ ਬਹੁਤ ਖੁਸ਼ ਸਾਰੇ। ਹੁੱਲੜਬਾਜ਼ੀ ਬੰਦ ਹੋਵੇ, ਇਹ ਹੁੱਲੜਬਾਜ਼ੀ ਉਹ ਬਰਦਾਸ਼ਤ ਨਹੀਂ ਕਰਤੇ। ਬਹੁਤ ਸ਼ਾਂਤੀ ਪ੍ਰਿय ਹੈ ਫਤਿਹਗੜ੍ਹ ਸਾਹਿਬ ਦੇ ਲੋਕ, ਬਹੁਤ ਭਾਵੁਕ ਨੇ,
ਬਹੁਤ ਸ਼ਰਧਾਲੂ ਨੇ, ਭਗਤੀ ਵਿੱਚ ਲੀਨ ਨੇ ਫਤਿਹਗੜ੍ਹ ਸਾਹਿਬ ਦੇ ਵਸਨੀਕ ਲੋਕ, ਉਹ ਧਾਰਮਿਕ ਭਾਵਨਾ ਜੁੜੀ ਹੈ ਉਹਨਾਂ ਦੀ, ਉਹ ਹਮੇਸ਼ਾ ਪਾਠ ਕਰਦੇ। ਕੁਝ ਲੋਕਾਂ ਨੂੰ ਮੈਂ ਇਹ ਵੀ ਦੇਖਿਆ ਸਰ, ਕੁਝ ਸ਼ਾਪ ਉਹ ਸ਼ਾਪਿੰਗ ਬੈਠੇ ਹੋਏ ਸ਼ਾਪ ਦੇ ਵਿੱਚ ਮਾਲਿਕ, ਉਹ ਪਾਠ ਵੀ ਕਰ ਰਹੇ ਮੇਰੇ ਨਾਲ ਗੱਲਬਾਤ ਜਦੋਂ ਤੁਸੀਂ ਇਹ ਸਰਵੇ ਕਰਨ ਜੀ ਸਰ। ਮੈਂ ਹੈਰਾਨ ਹੋਇਆ, ਮੈਂ ਉਹਨਾਂ ਨੂੰ ਡਿਸਟਰਬ ਨਹੀਂ ਕੀਤੀ, ਮੈਂ ਰੋਕਿਆ। उन्होंने वो पूछा नहीं, वो पाठ कर दे, पाठ खत्म होने तक मैं इंतजार उड़ीक करके उस तो बाद मैं रखिया सवाल। उस तो इन्नी श्रद्धा है उस लाइन दे विच, जिन्ने भी रहंदे ने। कहने दा भाव है वो लोग हुल्लड़बाजी बर्दाश्त नहीं करते। इसलिए मैं हाथ जोड़ के बेनती करता, जोड़े भी मेरे शहीद दिहाड़े के दौरान लोग पहुँचते हैं, शांति दे रूप पहुँचावे। माननीय मुख्यमंत्री ने ये भी कहा है। ਮੈਨੂੰ ਲੱਗਦਾ ਐਸਐਸਪੀ ਸਾਹਿਬ ਇਸ ਦੇ ਖਿਆਲ ਰੱਖਣਗੇ। ਮੇਰੇ ਨਤੀਜੇ ਦੇ ਰਿਪੋਰਟ ਵੀ ਮੈਂ ਉਹਨਾਂ ਨੂੰ ਭੇਜ ਰਿਹਾ ਜੀ, ਐਸਐਸਪੀ ਸਾਹਿਬ ਨੂੰ। ਅੱਛਾ, ਉਸ ਤੋਂ ਅਗਲਾ ਸਵਾਲ ਮੇਰਾ ਇਹ ਚਿੰਤਾ ਸੀਗਾ ਕਿ ਬਹੁਤ ਸਾਰੇ ਬਜ਼ੁਰਗ ਉੱਤੇ ਪਹੁੰਚਦੇ ਹੈ, ਬਹੁਤ ਸਾਰੇ ਮਹਿਲਾਵਾਂ ਹੁੰਦੇ ਨੇ, ਕੁਝ ਪ੍ਰੈਗਨੈਂਟ ਔਮਨ ਹੁੰਦੇ ਨੇ, ਉਹ ਚੱਲ ਨਹੀਂ ਪਾਏ ਨੇ। ਉਹਨਾਂ ਲਈ ਕੀ ਡਾਈਵਰਟ ਹੋ ਚੁੱਕੀ ਟ੍ਰੈਫਿਕ ਅੱਗੇ। ਪ੍ਰੈਗਨੈਂਟ ਔਮਨ ਬਹੁਤ ਹੁੰਦੇ ਨੇ, ਜਿਹੜੇ ਪ੍ਰੈਗਨੈਂਟ ਹੁੰਦੇ ਨੇ ਉਹ ਬਹੁਤ ਪਹੁੰਚਦੇ ਹੋ। ਉਹਨਾਂ ਇੱਕ ਪ੍ਰੋਫੈਸਰ ਸਾਹਿਬ, ਸਾਡੇ ਪਰਿਵਾਰਾਂ 'ਚ ਨਾ ਇੱਕ ਸ਼ਰਧਾ ਹੈ ਇਸ ਨੂੰ ਲੈ ਕੇ ਕਿ ਛੋਟੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉੱਥੇ ਹੋਈ ਹੋਵੇ, ਔਰ ਕੋਈ ਪ੍ਰੈਗਨੈਂਟ ਲੇਡੀ ਜਦੋਂ ਜਾਂਦੇ ਹੋਏ ਕਹਿੰਦੇ ਕਿ ਘੱਟੋ ਘੱਟ ਜੋ ਮੇਰੇ ਕੋਲ ਹੈ ਬੱਚਾ ਹੈ ਉਹਦੇ 'ਚ ਵੀ ਉਹ ਸੰਸਕਾਰ ਹੈ। ਇਹ ਬਿਲਕੁਲ ਤੁਹਾਡੀ ਗੱਲ ਵਾਜਬ ਹੈ। ਮੈਂ ਦੇਖਿਆ ਕੁਝ ਮਹਿਲਾएं प्रेग्नेंट वुमेन खास तौर पे पहुंचते, कोई साइंटिस्ट, कोई लेखक, कोई पत्रकार ध्यान नहीं देते हुए मैं देखा होते, क्योंकि 4-4 5-5 घंटे सर ते बोर्ड रख के मैं ज्योति स्वरूप साहब के सामने प्रचार करता, मैनू पता है, लोगों को देखता है मैं। सब तो वध महिलाएं जिन्हों प्रेग्नेंट वुमेन या मैरिड वुमेन दिसते हैं मैनू जी। वो पहनते चूड़े पाए हुए, बड़ा सुंदर सदा बन के, वो पूरा एक ढक के होते। दूजा ਪ੍ਰੈਗਨੈਂਟ ਵੂਮਨ ਉੱਥੇ ਪਹੁੰਚਦੇ, ਉਹਨਾਂ ਲਈ ਕੀ ਕੀਤਾ ਜਾਵੇ। ਇਸ ਲਈ ਮੈਂ ਇਹ ਰੱਖਿਆ ਸੀ ਸਵਾਲ, ਉਹਨਾਂ ਲਈ ਕੀ ਕਰੀਏ, ਕਿਉਂਕਿ ਜੋ ਮੇਨ ਗੁਰੂਦੁਆਰਾ ਤੋਂ ਉਹ ਪਹੁੰਚਣਾ ਹੀ ਜੋਤੀ ਸਰੂਪ ਸਾਹਿਬ, ਸਾਰੇ ਪਹੁੰਚਣਾ ਹੈ, ਉੱਥੇ ਵੀ ਮੱਥਾ ਟੇਕਣਾ ਹੈ। तो वो पूरा बहुत दूर है रोड, घट्टो घट्ट 2-3 किलोमीटर होना, 2 किलोमीटर तक पक्की गल है। वो चल के तो नहीं आ सकते, व्हीकल अलाउड नहीं है उत्थे, सारे व्हीकल ही बाहर रख के आते ने। सो उन्होंने महिलाओं ਲਈ बुजुर्ग ਲਈ मैं सोच के सवाल रखा सी। 100% लोगों ने कहा कि होना चाहिए। कुछ लोगों ने ये भी कहा कि उन्होंने एक रास्ता ही अलग बना दो साइड से, जिवें एंबूलेंस लिए तुसी रोड बनाते हो, उन्होंने वो बना दो सपरेट एक सुझाव दिते ने, वो सुझाव दिंदे ने। कह दो कि वीआईपीज़ ਲਈ ਬਣਾ ਦਿੱਤੇ। यस देखो नहीं हो सकता, ਇਹ ਪ੍ਰੈਕਟੀਕਲਿਟੀ ਹੈ। ਮੈਂ ਵੀਆਈਪੀਜ਼ ਲਈ ਰੂਟ ਅਲੱਗ ਤੋਂ ਬਣਾ ਦਿੱਤੇ ਜਾਂਦੇ ਨੇ ਕਿ ਪਿੱਛੇ ਵਾਲੀਆਂ ਸੜਕਾਂ ਤੋਂ ਗੱਡੀਆਂ ਆਣ ਸਿੱਧਾ। ਚਲੋ ਉਹ ਮੈਨੂੰ ਲੱਗਦਾ ਅੱਜ ਉਹਦੀ ਚਰਚਾ ਨਾ ਬਜ਼ੁਰਗ ਅਤੇ ਪ੍ਰੈਗਨੈਂਟ ਵੂਮਨ ਲਈ ਬਹੁਤ ਜ਼ਰੂਰਤ ਹੈ, ਕੋਈ ਗਾੜੀ ਰੱਖਿਆ ਜਾਏ। ਤੁਹਾਡਾ ਚੌਥਾ ਸਵਾਲ ਸੀ ਕਿ ਤੁਸੀਂ ਚਾਹੁੰਦੇ ਹੋ ਕਿ ਜੋੜ ਮੇਲੇ ਦੌਰਾਨ ਸੰਗਤ ਲਈ ਅੰਦਰ ਆਣ ਜਾਣ ਦੀ ਸੁਵਿਧਾ ਦਿੱਤੀ ਜਾਵੇ ਖਾਸ ਤੌਰ ਤੇ। ਉਸ ਤੋਂ ਅਗਲਾ ਕੁਐਸਚਨ ਬੜਾ ਕਮਾਲ ਦੀ ਸਵਾਲ ਹੈ, ਕਿਉਂਕਿ ਮੈਂ ਹਰ ਸਾਲ ਬੱਸ ਦੇ ਵਿੱਚ ਹੀ ਜਾਂਦਾ ਹੈ ਜੀ ਮੱਥਾ ਟੇਕਣ ਲਈ 3-4 दिन ਲਗਾਤਾਰ। ਪਿਛਲੇ 10 ਸਾਲ ਤੋਂ ਮੈਂ ਦੇਖ ਰਿਹਾ ਹਾਂ ਕਿ ਬੱਸ ਰੋਕ ਕੇ ਟਿਕਟ ਕੱਟਿਆ ਜਾਂਦਾ ਹੈ ਹਰ ਥਾਂ ਤੇ। 10-15 ਮਿੰਟ ਵੇਟ ਕਰਨਾ ਪੈਂਦਾ, ਚੈਕਿੰਗ ਇੱਕ ਵੀ ਨਹੀਂ ਫੜਦੇ ਹੋ ਕੋਈ। सारी इन्नी भक्ति व श्रद्धा नाल पहुँचते हैं, एक भी टिकट बिना टिकट नहीं चलते, सारे टिकट लेके चलते, फिर भी वो रोक के चेक करते। मैं इस दे बारे बहुत चिंतित है, इसलिए सवाल रखा मैं। इस सवाल की उत्तर दे विच 90% लोगों ने कहा कि बस नूं नहीं रोकया जावे, चलदी बस विच। सवाल है ਕਿ ਕੀ ਤੁਸੀਂ ਚਾਹੁੰਦੇ ਹੋ ਕਿ ਜੋੜ ਮੇਲੇ ਦੇ 3 ਦਿਨਾਂ ਦੌਰਾਨ ਸ਼ਰਧਾਲੂਆਂ ਨਾਲ ਭਰੀ ਪੀਆਰਟੀਸੀ ਬੱਸਾਂ ਨੂੰ ਰੋਕ ਕੇ ਟਿਕਟ ਚੈੱਕ ਕਰਨਾ ਬੰਦ ਹੋਵੇ। ਆਪਸ਼ਨ ਏ, ਬੱਸਾਂ ਰੋਕ ਕੇ ਟਿਕਟ ਚੈੱਕ ਕਰਨਾ ਬੰਦ ਹੋਵੇ। ਆਪਸ਼ਨ ਬੀ, ਚਲਦੀ ਬੱਸ ਵਿੱਚ ਟਿਕਟ ਚੈੱਕ ਕੀਤਾ ਜਾਵੇ ਪਰ ਬੱਸ ਨਾ ਰੁਕੇ। ਔਰ ਆਪਸ਼ਨ 3, ਜੋੜ ਮੇਲੇ ਦੇ 3 ਦਿਨਾਂ ਦੌਰਾਨ ਟਿਕਟ ਹੀ ਨਾ ਕੱਟੀ ਜਾਵੇ। ਪਰ ਮੈਨੂੰ ਤਾਂ ਲੱਗਦਾ ਤੀਜੇ ਨੰਬਰ ਤੇ ਜ਼ਿਆਦਾ ਹੋਣਾ ਚਾਹੀਦਾ। ਨਹੀਂ, ਉਸ 10% ਕੁਝ ਲੋਕ ਨੇ ਕਹੀ ਸਰਕਾਰ ਦੇ ਲਾਸ ਨਹੀਂ ਹੋਣਾ ਚਾਹੀਦਾ। ਲੋਕਾਂ ਦੀ ਸੋਚ ਦੇਖੋ। 10% ਲੋਕਾਂ ਨੇ ਕੀ ਕਿਹਾ ਕਿ ਨਾ ਕੱਟੋ 3 ਦਿਨ ਟਿਕਟ ਹੀ ਨਾ ਕੱਟੋ। ਔਰ 90% ਲੋਕਾਂ ਨੇ ਕਿਹਾ ਬਸ ਚਲਦੀ ਹੋਈ ਬੱਸ ਵਿੱਚ ਚੈੱਕ ਕਰੋ, ਤੁਸੀਂ ਬੱਸ ਨਾ ਰੋਕਿਆ ਜਾਵੇ। ਕਿਉਂ ਲੋਕਾਂ ਦੀ ਧਾਰਮਿਕ ਭਾਵਨਾ ਨਾਲ ਜੁੜੀ ਹੈ ਸਰ, श्रद्धा नाल भक्ति नाल लोग जा रहे ने, तुसी रोकोगे जल्दी पहुँचना है ना। उन्होंने आशा इच्छा है जल्दी गुरु दी दर्शन करनी है, साहबजादे दी गुणगान करनी है, पर तुसी जे रोकोगे वो डिस्टर्ब हो जाए। इसलिए हो कि जल्दी बस जो मर्जी कर दो, पर बस नहीं रोकया जावे। ये सीगा मैनू लगता है। मैं मानयोग डायरेक्टर पंजाब रोडवेज नू लेटर लिखिया है,
ਉਹਨਾਂ ਨੂੰ ਵੀ PCRT ਵੀ ਲੈਟਰ ਲਿਖਿਆ, ਉਹ ਕਾਰਵਾਈ ਕਰ ਰਹੇ ਨੇ, ਉਹ ਕੱਢਣਗੇ ਨੋਟਿਸ, ਮੈਨੂੰ ਪੂਰਾ ਆਸ ਤੇ ਉਮੀਦ ਹੈ। ਬੜਾ ਸੈਂਸਿਟਿਵ ਨੇ ਉਹ, ਇਹ ਤਾਂ ਹੋ ਜਾਣਾ ਮਹਾਰਾਜ, ਇਹ ਤਾਂ ਡਾਇਰੈਕਟਰ ਸਾਹਿਬ ਕਰਨਗੇ। ਨਹੀਂ, ਇਹ ਤੇ ਹੋ ਜਾਣਾ। ਹੁਣ ਜਿਹੜੇ 5 ਸਵਾਲਾਂ ਦਾ ਖਰੜਾ ਤੁਸੀਂ ਤਿਆਰ ਕਰਕੇ 200 ਲੋਕਾਂ ਨਾਲ ਗੱਲ ਕੀਤੀ ਹੈ, ਜਿਹੜਾ ਮੇਨ ਮਸਲਾ, ਮੈਂ ਹੁਣ ਉਹਦੇ ਧਿਆਨ ਨਾਲ, ਜਿਹੜਾ ਮੇਨ ਮਸਲਾ ਹੈ ਕਿ ਪਵਿੱਤਰ ਸ਼ਹਿਰ ਦਾ ਦਰਜਾ ਕਿਵੇਂ ਦਵਾਈ ਹੈ, ਉਹ ਕਿਵੇਂ ਹੋਣਾ? ਮਾਨਯੋਗ ਮੁੱਖ ਮੰਤਰੀ ਇਹ ਕਰ ਸਕਦੇ। ਮਾਨਯੋਗ ਮੁੱਖ ਮੰਤਰੀ ਨੂੰ ਮੈਂ ਬਹੁਤ ਹੀ ਦੇਖਿਆ, ਉਹ ਬੜਾ ਸੈਂਸਿਟਿਵ ਨੇ, ਉਹ ਸਮਝਦਾਰ ਨੇ, ਉਹ ਫੈਸਲਾ ਲੈਣ ਵਾਲੇ ਨੇ, ਫੈਸਲਾ ਲੈਣਗੇ। ਫਤਿਹਗੜ੍ਹ ਸਾਹਿਬ ਨੂੰ ਜੇਕਰ ਉਹ ਪਵਿੱਤਰ ਸ਼ਹਿਰ ਘੋਸ਼ਿਤ ਕਰਨਗੇ, ਉਹਨਾਂ ਦਾ ਨਾਂ ਇਤਿਹਾਸ ਦੇ ਪੰਨੇ ਵਿੱਚ ਦਰਜ ਹੋਏਗੀ। ਪਰ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਨੁਕਸਾਨ ਇੱਕ ਹੋਰ ਵੀ ਹੁੰਦਾ? ਕਿ ਨੁਕਸਾਨ ਦੱਸੋ ਜੀ। ਰੈਵਨਿਊ ਲਾਸ ਸਰਕਾਰ ਦਾ ਸਭ ਤੋਂ ਨਹੀਂ, ਸਿਵਲ ਸੁਸਾਇਟੀ, ਜਿਵੇਂ ਹੁਣ ਇਹ 3 ਸ਼ਹਿਰਾਂ ਦੇ ਵਿੱਚ ਉਹਨਾਂ ਨੇ ਕੀਤਾ। ਅੰਮ੍ਰਿਤਸਰ ਨੂੰ ਲੈ ਕੇ ਸਵਾਲ ਉੱਠੇ ਕਿ ਵੀ ਪੂਰੇ ਸ਼ਹਿਰ ਨੂੰ ਕਰਨਾ ਹੈ, ਫਿਰ ਉਹ ਵਾਲ ਸਿਟੀ ਕਹਿਤਾ, ਜਿਹੜਾ ਪੁਰਾਣਾ ਅੰਮ੍ਰਿਤਸਰ ਵਾਲਾ ਸ਼ਹਿਰ, ਜਿਹੜੇ ਗੇਟ ਬਣੇ ਹੋਏ ਨੇ ਉਹਨਾਂ ਦੇ ਅੰਦਰ ਵਾਲਾ, ਜਾਂ ਗਲਿਆਰੇ ਨੂੰ, ਕਿ ਬਈ ਠੇਕੇ ਬੰਦ ਹੋਣੇ। ਇਹ ਮੈਂ ਇਸ ਕਰਕੇ ਕਹਿ ਰਿਹਾ, ਸਭ ਤੋਂ ਵੱਡੀ ਟੈਕਨੀਕਲ ਇਸ਼ੂ ਸਰਕਾਰਾਂ ਦੇ ਅੱਗੇ ਹੀ ਹੁੰਦਾ ਕਿ ਜੇ ਪਵਿੱਤਰ ਸ਼ਹਿਰ ਤੁਸੀਂ ਐਲਾਨਤਾ ਤਾਂ ਫਿਰ ਠੇਕੇ ਨਹੀਂ ਹੋ ਸਕਦੇ। ਫਿਰ ਉਹ ਇੱਕ ਬਹੁਤ ਵੱਡਾ, ਅੱਜ ਦੇ ਟਾਈਮ 'ਚ ਦੇਖੋ ਸਰਕਾਰਾਂ ਦਾ ਸਭ ਤੋਂ ਵੱਡਾ ਜਿਹੜਾ ਰੈਵਨਿਊ ਸੋਰਸ ਹੈ ਉਹ ਹੈ ਐਕਸਾਈਜ਼, ਲਿਕਰ। ਪਰ ਮੈਂ ਜਾਂ ਤੁਸੀਂ ਜਿਸ ਭਾਵਨਾ ਨਾਲ ਇਸ ਪੂਰੀ ਮੁਹਿੰਮ ਨੂੰ ਲੈ ਕੇ ਚੱਲ ਰਹੇ ਹੋ ਕਿ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਜਾਂ ਇਸ ਸ਼ਹਾਦਤਾਂ ਦੇ ਉੱਤੇ ਕੁਛ ਨਹੀਂ ਹੈ ਨਾ, ਠੀਕ ਹੈ, ਪਰ ਸਰਕਾਰਾਂ ਤੇ ਬਹੁਤ ਅੱਗੇ ਦੀਆਂ ਸੋਚ ਕੇ ਚੱਲਦੀਆਂ ਕਿ ਜੇ ਪਵਿੱਤਰ ਸ਼ਹਿਰ ਐਲਾਨਤਾ ਤੇ ਕੱਲਾ ਹੁਣ ਤੇ ਕੀ ਕਰਦੀ ਸਰਕਾਰ, ਇਹਨਾਂ 3 ਦਿਨਾਂ 'ਚ ਜੀ ਠੇਕੇ ਬੰਦ ਰਹਿਣਗੇ ਆਸ-ਪਾਸ। 3 ਦਿਨ ਦਾ ਲਾਸ ਸਰਕਾਰਾਂ ਜਰਦੀਆਂ, ਪਰ ਪੂਰੇ ਸਾਲ ਦਾ ਕਿਵੇਂ ਜਰਨਗੇ? ਹਾਂ, ਇਹਦੇ ਜਵਾਬ ਮੇਰੇ ਜਿਹੜੇ ਇੰਟਰਵਿਊ ਲੈਣ ਉਹ ਦੇ ਦਿੱਤੇ ਨੇ ਮੈਨੂੰ, ਮੇਰੇ ਕੋਲ ਆਏਗਾ ਜੀ ਜਵਾਬ, ਕਿਉਂਕਿ ਮੈਂ ਗੱਲ ਕੀਤੀ ਹਰ ਇੱਕ ਦੇ ਨਾਲ। ਉਹ ਕਹਿੰਦੇ ਨੇ ਇਹ ਸ਼ਹਿਰ ਨਸ਼ਾ ਮੁਕਤ ਹੋਵੇ, ਠੇਕੇ ਨਾ ਹੋਵੇ, ਸਾਰੇ ਦੀ ਕਹਿਣਾ ਹੈ ਜੀ। ਪੱਕੀ, ਇਹ ਪਹਿਲੀ ਗੱਲ। ਦੂਜੀ ਗੱਲ ਇਹ ਹੈ ਸਰ, ਰੈਵਨਿਊ ਲਾਸ ਦੀ ਗੱਲ ਸਿਵਲ ਸੁਸਾਇਟੀ, ਸਿਵਲ ਸਰਕਾਰ ਨਹੀਂ ਸੋਚ ਸਕਦੀ, ਡੈਮੋਕ੍ਰੈਟਿਕ ਕੰਟਰੀ ਨਹੀਂ ਸੋਚ ਸਕਦੀ। ਹਮੇਸ਼ਾ ਆਮਦਨ ਲਈ ਸਰਕਾਰ ਦੀ ਸੋਚ ਨਹੀਂ ਹੋਣਾ ਚਾਹੀਦਾ। ਕੋਈ ਇਹੋ ਜਿਹਾ ਥਾਂ ਹੁੰਦੇ ਨੇ ਜੋ ਇਤਿਹਾਸਿਕ, ਧਾਰਮਿਕ, ਪਵਿੱਤਰ ਥਾਂ ਹੁੰਦੇ ਨੇ, ਉਹਨਾਂ ਨੂੰ ਉੱਚੀ ਪੱਧਰ ਤੇ ਰੱਖਣਾ ਸਿਵਲ ਸੁਸਾਇਟੀ ਦੀ ਕੰਮ ਹੈ, ਮਤਲਬ ਸਿਵਲ ਡੈਮੋਕ੍ਰੈਟਿਕ ਕੰਟਰੀ ਦੀ, ਉਹਨਾਂ ਦੀ ਫੰਡਾਮੈਂਟਲ ਡਿਊਟੀ ਹੈ ਉਹ। ਜੇਕਰ ਹਮੇਸ਼ਾ ਆਮਦਨ ਦੀ ਗੱਲ ਕਰੋਗੇ, ਉਹ ਸਰਕਾਰ ਨਹੀਂ ਹੋ ਸਕਦੀ ਚੰਗੀ ਸਰਕਾਰ, ਉਹ ਇਤਿਹਾਸ ਦੀ ਪੰਨੇ ਵਿੱਚ ਦਰਜ ਨਹੀਂ ਹੋ ਸਕਦੀ ਸਰਕਾਰ। ਕਹਿਣ ਦਾ ਭਾਵ ਹੈ ਸਰ, ਹੋਰ ਇੱਕ ਗੱਲ ਹੈ, ਤੁਹਾਨੂੰ ਦੱਸ ਦੇਣਾ, ਕਿਉਂਕਿ ਇੰਟਰਵਿਊ ਦੌਰਾਨ ਮੈਂ ਲੋਕਾਂ ਨੂੰ ਪੁੱਛਿਆ ਕਿੰਨੇ ਠੇਕੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ, ਉਹ ਕਹਿੰਦੇ 2 ਤੋਂ ਵੱਧ ਜ਼ਿਆਦਾ ਨਹੀਂ, 3 ਤੋਂ ਵੱਧ ਜ਼ਿਆਦਾ ਨਹੀਂ ਜੀ, ਸਾਰੇ ਸਰਹੰਦ ਵਿੱਚ ਹੈ। ਸਰਹੰਦ ਅਤੇ ਫਤਿਹਗੜ੍ਹ ਸਾਹਿਬ ਦੀ ਵੱਖ-ਵੱਖ ਗੱਲ ਹੈ ਮਹਾਰਾਜ, ਸਾਰੇ ਠੇਕੇ ਸਰਹੰਦ ਵਿੱਚ ਹੈ, ਕਿਸੇ ਨੂੰ ਪਤਾ ਨਹੀਂ ਇਹ ਗੱਲਬਾਤ। ਮੈਂ ਅੰਦਰ ਵੜ ਕੇ ਮੈਂ ਸਭ ਕੁਝ ਚੈੱਕ ਕੀਤੀ ਹੋਈ ਹੈ। ਫਤਿਹਗੜ੍ਹ ਸਾਹਿਬ ਸ਼ਹਿਰ ਜਿੱਥੇ ਸਾਡੇ ਗੁਰਦੁਆਰਾ ਸਾਹਿਬ ਨੇ, ਜੋਤੀ ਸਰੂਪ ਸਾਹਿਬ ਅਤੇ ਮੇਨ ਗੁਰਦੁਆਰਾ, ਉਸ ਇਲਾਕੇ ਦੇ ਵਿੱਚ ਇੱਕ ਵੀ ਠੇਕੇ ਨਹੀਂ ਹੈ। ਇਹ ਫਿਰ ਤਾਂ ਮੈਨੂੰ ਲੱਗਦਾ ਸਰਕਾਰ ਲਈ ਹੋਰ ਈਜ਼ੀ ਹੈ। ਈਜ਼ੀ ਹੈ, ਇਸੀ ਗੱਲ ਠੀਕ ਹੈ। ਮੈਂ ਕਹਿ ਰਿਹਾ ਭਾਵੇਂ ਪੂਰੇ ਸ਼ਹਿਰ 'ਚ ਤੁਸੀਂ ਨਾ ਕਰੋ, ਜਿਹੜੇ ਵਿਰਾਸਤੀ ਮਾਰਗ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜਿਹੜਾ ਤੁਸੀਂ ਸਰਵੇ ਕੀਤਾ, ਉਹਦੇ 'ਚ ਜਿਵੇਂ ਆਪਾਂ ਅੰਮ੍ਰਿਤਸਰ ਤੱਕ ਕਰਤਾ, ਔਰ ਵੈਸੇ ਵੀ ਆਈ ਥਿੰਕ 1956 ਦਾ ਜਾਂ 66 ਵਾਲਾ ਐਕਟ ਹੈ ਲਿਕਰ ਵਾਲਾ, ਜਿਹਦੇ 'ਚ ਆਲਰੇਡੀ ਹੈ ਕਿ ਗੁਰੂ ਘਰਾਂ ਦੇ ਕਿੰਨੇ 100 ਜਾਂ 200 ਮੀਟਰ ਦੇ ਪੈਰੀਫੇਰੀ 'ਚ ਵੈਸੇ ਵੀ ਨਹੀਂ ਹੋ ਸਕਦੇ, ਸੋ ਧਾਰਮਿਕ ਸਥਾਨਾਂ ਦੇ। ਸੋ ਜੇ ਇਕੱਲਾ ਉਹ ਵਿਰਾਸਤੀ ਮਾਰਗ ਐਲਾਨ ਕਰਕੇ ਉਹਨੂੰ ਡਿਵੈਲਪ ਕਰਕੇ ਜੇ ਉਹਦੇ ਨਾਲ ਹੀ ਕਰਦੇ ਤੇ ਮੈਨੂੰ ਲੱਗਦਾ ਟੂਰਿਜ਼ਮ ਤੋਂ ਇੰਨੀ ਇਨਕਮ ਹੋ ਜਾਏਗੀ, ਸਰਕਾਰ ਨੂੰ ਲਿਕਰ ਵਾਲੇ ਪਾਸੇ ਸੋਚਣਾ ਹੀ ਨਹੀਂ ਪਏਗਾ। ਡਬਲ ਇਨਕਮ ਸਰ, ਮੈਂ ਤੁਹਾਨੂੰ ਦੱਸ ਦੇਣਾ, ਮੈਂ ਮੇਰੇ ਤੇ ਕਿਰਪਾ ਹੋਇਆ, ਤੁਹਾਨੂੰ ਪਤਾ ਹੈ ਪ੍ਰਭੂ ਦੀ ਕਿਰਪਾ ਹੈ। 35 ਸਿੱਖਣ ਤੋਂ ਬਾਅਦ ਜਪਜੀ ਸਾਹਿਬ ਅਨੁਵਾਦ ਹੋਇਆ, ਜਪਜੀ ਸਾਹਿਬ ਇੰਨੀ ਲੋਕ ਪੜ੍ਹਦੇ ਕਰਨਾਟਕ ਦੇ ਵਿੱਚ, ਬਹੁਤ ਜਿਹੜਾ ਕੰਨੜ 'ਚ ਤੁਸੀਂ ਕੀਤਾ। ਜੀ ਮਹਾਰਾਜ। ਤੇ ਇਸ ਤੋਂ ਇਲਾਵਾ ਮੈਂ ਹਰ ਹਫਤਾ ਅੱਜ ਕੱਲ੍ਹ ਕੰਨੜ ਦੇ ਵਿੱਚ ਲਿਖ ਰਿਹਾ ਆਰਟੀਕਲ, ਸਿੱਖ ਇਤਿਹਾਸ ਬਾਰੇ, ਗੁਰੂਆਂ ਬਾਰੇ, ਬੰਦਾ ਸਿੰਘ ਬਹਾਦਰ ਬਾਰੇ, 4 ਸਾਹਿਬਜ਼ਾਦ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਜ਼ਿਆਦਾ ਲਿਖਦਾ ਹੈ ਮੈਂ, ਖਾਸ ਤੌਰ ਤੇ, ਕਿਉਂਕਿ ਲੋਕਾਂ ਨੂੰ ਜਾਣਕਾਰੀ ਦੇ। ਉਹ ਪੜ੍ਹ ਕੇ ਪੂਰਾ ਕਰਨਾਟਕ ਦੇ ਵਿੱਚ ਪਬਲਿਸ਼ ਹੋ ਜਾਂਦਾ ਹੈ, ਪੂਰਾ ਕਰਨਾਟਕ ਸਟੇਟ ਤੇ ਲੋਕ ਪੜ੍ਹਦੇ ਹੈ। ਜਿੰਨੇ ਵੀ ਲੋਕ ਦੱਖਣ ਭਾਰਤ ਤੋਂ ਉੱਤਰ ਭਾਰਤ ਚੰਡੀਗੜ੍ਹ ਪਹੁੰਚਦੇ, ਮੈਨੂੰ ਕੰਟੈਕਟ ਕਰਦੇ, ਕਿੱਥੇ ਜਾਣਾ ਹੈ ਜੀ, ਸਾਨੂੰ ਸ਼ਿਮਲਾ ਜਾਣਾ ਹੈ, ਸਾਨੂੰ ਰੌਕ ਗਾਰਡਨ ਹੈ, ਮੈਂ ਕਿੱਥੇ ਵੀ ਨਹੀਂ ਜਾਣਾ, ਫਤਿਹਗੜ੍ਹ ਸਾਹਿਬ ਜਾਓ। ਮੈਂ ਲੋਕਾਂ ਨੂੰ ਬਹੁਤ ਪਹੁੰਚਾਇਆ ਉੱਤੇ। ਕਹਿਣ ਦਾ ਭਾਵ ਹੈ ਸਰ, ਸਾਰੇ ਦੱਖਣ ਭਾਰਤ ਦੇ ਲੋਕ ਰੌਕ ਗਾਰਡਨ ਤੋਂ ਇਲਾਵਾ, ਸ਼ਿਮਲਾ ਤੋਂ ਇਲਾਵਾ ਇੱਕ ਹੋਰ ਅਜਿਹਾ ਥਾਂ ਹੈ ਜਿੱਥੇ ਸਾਡੀ ਵਿਰਾਸਤ, ਸਾਡੀ ਸੱਭਿਆਚਾਰ, ਸਾਡੀ ਇਤਿਹਾਸ ਸਾਨੂੰ ਨਹੀਂ ਵੰਚਿਤ ਕੀਤਾ ਗਿਆ, ਸਾਡੇ ਸਕੂਲ ਵਿੱਚ ਨਹੀਂ ਪੜ੍ਹਾਇਆ ਸਾਨੂੰ। ਬਹੁਤ ਦੁੱਖ ਹੈ। ਇਸ ਲਈ ਉਹਨਾਂ ਨੂੰ ਜੋੜਨ ਲਈ
दक्षिण भारत तो जो लोग आउणगे ਉੱਥੇ ਇਨਕਮ ਵਧੇਗੀ ਔਰ ਸਰਕਾਰ ਦੀ ਖਜ਼ਾਨਾ ਭਰੇਗੀ। ਮੈਨੂੰ ਦੱਸੋ ਕਿ ਸਰਵੇ ਸਾਰੇ ਤੋਂ ਬਾਅਦ ਸਰਕਾਰ ਨਾਲ ਰਾਬਤਾ ਕਿੰਨਾ ਕੁ ਤੁਹਾਡਾ ਹੋਇਆ ਇਸ ਮਹਾਰਾਜ ਅੱਜ ਹੀ ਮੈਂ ਸਕੱਤਰੇਤ ਗਿਆ ਸੀ, ਮਾਨਯੋਗ ਮੁੱਖ ਮੰਤਰੀ ਦਾ ਮੁਲਾਕਾਤ ਤਾਂ ਨਹੀਂ ਹੋਇਆ, ਪਰ ਉਹਨਾਂ ਦੇ ਦਫ਼ਤਰ ਦੇ ਵਿੱਚ ਮੇਰਾ ਬਿਨਤੀ ਪੱਤਰ ਅਤੇ ਇਸ ਦੀ ਨਤੀਜਾ ਦੀ ਰਿਪੋਰਟ ਸਬਮਿਟ ਕਰਕੇ ਆਇਆ ਜੀ। ਮੈਂ ਬੜਾ ਪਿਆਰ ਨਾਲ ਉਸ ਦਫ਼ਤਰ ਵਾਲੇ ਮੇਰੇ ਪਿਆਰ ਨਾਲ ਗੱਲਬਾਤ ਕੀਤੇ ਨੇ, ਪਰ ਮੈਨੂੰ ਪੂਰਾ ਆਸ ਉਮੀਦ ਹੈ ਮਾਨਯੋਗ ਮੁੱਖ ਮੰਤਰੀ ਮੇਰਾ ਰਿਪੋਰਟ ਪੜ੍ਹਨਗੇ, ਉਹ ਕਾਰਵਾਈ ਕਰਨਗੇ। ਮੈਨੂੰ ਪਤਾ ਨਹੀਂ ਅੰਦਰ ਤੋਂ ਆਵਾਜ਼ ਹੈ, ਉਹ ਜ਼ਰੂਰ ਘੋਸ਼ਣਾ ਕਰਨਗੇ, ਤੁਸੀਂ ਦੇਖੋਗੇ। पता नहीं क्यों ये आवाज़ उठती है, क्योंकि कोई भी मुख्यमंत्री यहो जिहा मौका नहीं अपने हाथ तो नहीं खोना नहीं चाहते, क्योंकि ये अपने लिए नहीं, पार्टी लिए नहीं, सरकार लिए नहीं, इतिहास लिए है, लोगों की भलाई लिए है, उस खेत्र की भलाई लिए है। ਮੈਨੂੰ ਲੱਗਦਾ ਹੈ ਮਾਨਯੋਗ ਮੁੱਖ ਮੰਤਰੀ ਜ਼ਰੂਰ ਕਰਨਗੇ, ਇਹੀ ਤਾਂ ਅਰਦਾਸ ਕਰਦੇ। ਚਲੋ ਇਹ ਮੁਹਿੰਮ ਤੁਸੀਂ ਚਲਾ ਰਹੇ ਹੋ, ਸ਼ਹੀਦੀ ਸਭਾ ਦੌਰਾਨ ਜੋੜ ਮੇਲ ਦੌਰਾਨ ਜਿੰਨੀ ਸੰਗਤ ਉੱਥੇ ਪਹੁੰਚੇਗੀ, ਉਦੋਂ ਇਹ ਮੁਹਿੰਮ ਚਲਾਉਣ ਲਈ ਤੁਹਾਡੀ ਕੀ ਤਿਆਰੀ ਹੈ? ਪੂਰਾ ਤਿਆਰੀ ਜੇ ਖੜ ਜਾਣਾ ਪੂਰਾ ਸਰ ਤੇ ਤੁਸੀਂ ਤੇ ਵਨ ਮੈਨ ਆਰਮੀ ਹੋ, ਬਸ ਇੱਕ ਵਾਰੀ ਬੋਰਡ ਲੈ ਕੇ ਖੜ ਜਾਣਾ। ਮਹਾਰਾਜ वन मैन आर्मी, मैं गुरु गोविंद सिंह महाराज तो बहुत प्रभावित हाँ। गुरु गोविंद सिंह महाराज कहते ने कि ਚੰਗੇ ਕੰਮ ਕਰਨ ਵਾਲੇ, ਇਨਸਾਨੀਅਤ ਦੀ ਰਾਹ ਤੇ ਚੱਲਣ ਵਾਲੇ ਇਕੱਲੇ ਨਹੀਂ ਹੋ ਸਕਦੇ, ਉਹਨਾਂ ਦੇ ਪਿੱਛੇ 1.25 ਲੱਖ ਦੀ ਸ਼ਕਤੀ ਮੈਂ ਮਹਿਸੂਸ ਕਰਦਾ ਮਹਾਰਾਜ। ਜਦ ਮੈਂ ਇਹ ਬੋਰਡ ਲੈ ਕੇ ਖੜ ਜਾਂਦਾ ਹੈ ਜੋਤੀ ਸਰੂਪ ਸਾਹਿਬ ਦੇ ਸਾਹਮਣੇ, ਪਤਾ ਨਹੀਂ ਅਜੀਬ ਮਹਿਸੂਸ, ਅਜੀਬ ਸ਼ਕਤੀ, ਉਹ 1.25 ਲੱਖ ਦੀ ਸ਼ਕਤੀ ਮੇਰੇ ਕੋਲ ਆ ਜਾਂਦਾ ਹੈ। ਮੈਂ ਜਫਰਨਾਮਾ ਅਨੁਵਾਦ ਕੀਤੀ ਹੋਈ ਹੈ, ਮੈਂ ਤੁਹਾਨੂੰ ਪਤਾ ਹੈ, ਮੈਂ ਉਹਦੇ ਵਿੱਚ ਮੇਰਾ ਮਹਾਰਾਜ ਲਿਖਦੇ ਬਕਾਇਦਾ। ਮੈਂ ਤੁਹਾਨੂੰ 5 ਪੰਕਤੀ ਜ਼ਰੂਰ ਸੁਣਾ ਦੇਣਾ, ਕਿਉਂਕਿ ਉਹਦੇ ਬਿਨਾ ਮੈਂ ਨਹੀਂ ਰਹਿ ਸਕਦਾ। ਮੇਰੇ ਗੁਰੂ ਦੀ ਤਾਕਤ ਦੇਖੋ, ਉਸ ਕਲਮ ਦੀ ਤਾਕਤ ਦੇਖੋ, ਉਸ ਗੁਰੂ ਮਹਾਰਾਜ ਦੀ ਕਲਮ ਦੀ ਤਾਕਤ ਨੂੰ ਸਮਝਣ ਦੀ ਲੋੜ ਹੈ ਮਹਾਰਾਜ। ਇਸ ਲਈ ਮੇਰਾ ਲੜਾਈ ਇਹ ਹੈ ਕਿ ਮੇਰੇ ਗੁਰੂ ਮਹਾਰਾਜ ਦੀ ਉਸ ਜਫਰਨਾਮਾ ਦੀ ਤਾਕਤ ਹਰੇਕ ਥਾਂ ਹੋਵੇ, दक्षिण भारत तक जावे, कर तक जावे। इसलिए मैं देखो गुरु महाराज कहते ने कि इंसानियत दे राह ते चलने कले नहीं हो सकते। गुरु महाराज जफरनामा वो भी फारसी भाषा में लिखते ने, कमाले करामात कायम करीम रजा बख्श राजिक रिहा कौन रहीम अमा बख्श बख्शिंद ओ दस्तगीर खता बख्श रोजी दिहो दिल फजीर ना साजो ना बाजो ना फौजो ना फरस खुदावंद बख्शिंद ऐसो अरस हमू मरद बायद शब्द शुकनबर ना सिखमे दिगर दर दाहने दिगर चिहा सुद के चुंग बेचुंग पेच दे चार पेच दे हमार। कमाल है इस दे विच। देखो महाराज गुरु महाराज किवें लिखते हैं कि हमू मरद बायद शब्द शुकनवर ना सिकमे दिगर दर्द आने दिगर। कहना पावे इंसान को कभी भी झूठ नहीं बोलना चाहिए, सच दे राह ते चलना है, सच ते ही चलना चाहिए, झूठ बोल के राज नहीं कर सकते। मेरे गुरु महाराज जो लिखे ने वो सिर्फ औरंगजेब ते लागू नहीं, आजकल ते सत्य चलाने वाले सत्ता चलाने ते लागू हो जाती है। गुरु महाराज की सोच बड़ी वड्डी पद्धर ते है। आगे लिखते ने चिहा सुद के चुंग बेचुंग पेच दिए चार पेच दे। हे औरंगजेब पावे तिसु मेरा 4 बच्चों मारा होगा, पर मैं कदे भी ना मुक्कन वाला खालसा पंथ बनाया मार के विखा। हुण खालसा पंथ की है गुरु महाराज की सोच विच। खालसा मतलब पवित्र, पंथ मतलब लोका दी समूह, पवित्र लोका दी समूह जो सच्चाई इंसानियत दी राह चलता, वही है खालसा पंथ। उसदी हार नहीं हो सकती। इसलिए जब मैं खड़ जाता है वो खालसा सच्चाई इंसानियत की गल उठती है। इसलिए मैं अकेला कल्ले दे महसूस कदे भी नहीं करता है। ਮੈਨੂੰ ਉਮੀਦ ਹੈ ਕਿ ਜਿਵੇਂ ਬਾਕੀ ਮੁਹਿੰਮ ਤੁਹਾਡੀਆਂ ਰੰਗ ਲਿਆਈਆਂ, ਔਰ ਖਾਸ ਤੌਰ ਤੇ ਇਹ ਤੇ ਉਸ ਪਵਿੱਤਰ ਸਥਾਨ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਇੱਕ ਮੁਹਿੰਮ ਹੈ, ਔਰ ਮੈਨੂੰ ਲੱਗਦਾ ਗੁਰੂ ਸਾਹਿਬ ਆਪ ਅੱਗੇ ਹੋ ਕੇ ਇਸ ਤੁਹਾਡੀ ਮੁਹਿੰਮ ਨੂੰ ਸਿਰੇ ਚਾੜਨਗੇ ਔਰ ਸਰਕਾਰ ਇਸ ਤੇ ਗੌਰ ਕਰੇਗੀ। ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ। ਸੋ ਪ੍ਰੋਫੈਸਰ ਪੰਡਿਤ ਰਾਓ ਧਨੇਰਵਰ ਜੀ ਇੱਕ ਮੁਹਿੰਮ ਚਲਾ ਰਹੇ ਨੇ। ਮੈਂ ਇੱਕ ਬੇਨਤੀ ਸਾਰੇ ਪੰਜਾਬੀਆਂ ਨੂੰ ਹੋਰ ਕਰਨੀ ਚਾਹੁੰਦਾ, ਜਿਨ੍ਹਾਂ ਸਾਡੇ ਨਾਲ ਜਾਂ ਮੇਰੇ ਨਾਲ ਇਸ ਪਲੇਟਫਾਰਮ ਤੇ ਜੁੜੇ ਨੇ। ਕੋਸ਼ਿਸ਼ ਇਹੀ ਕਰੀਦੀ ਕਿ ਜੋ ਗੱਲਾਂ ਬਿਲਕੁਲ ਠੀਕ ਨੇ ਔਰ ਜੋ ਪੰਜਾਬ ਦੇ ਹਿੱਤ ਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖੀਆਂ ਜਾਣ। ਇੱਕ ਸਰਵੇ ਪ੍ਰੋਫੈਸਰ ਪੰਡਿਤ ਰਾਓ ਧਨੇਰਵਰ ਜੀ ਨੇ ਕਰਾਇਆ, ਔਰ ਮੇਰੀ ਦੋਵੇਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਇਸ ਪੂਰੀ ਵੀਡੀਓ ਦੇ ਕਮੈਂਟ ਬਾਕਸ 'ਚ ਇੱਕ ਸਰਵੇ ਤੁਸੀਂ ਵੀ ਦਿਓ। ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਲੋਕਾਂ ਦੀ ਰਾਏ ਤੋਂ ਬਾਅਦ ਸਰਕਾਰਾਂ ਦੀ ਰਾਏ ਆਪੇ ਬਣ ਜਾਂਦੀ, ਕਿਉਂਕਿ ਲੋਕ ਰਾਏ ਸਭ ਤੋਂ ਉੱਤੇ, ਔਰ ਲੋਕਾਂ ਦੀ ਰਾਏ ਤੋਂ ਬਾਅਦ ਸਰਕਾਰਾਂ ਨੂੰ ਝੁਕਣਾ ਪੈਂਦਾ। ਇੱਥੇ ਗੱਲ ਝੁਕਾਉਣ ਵਾਲੀ ਨਹੀਂ ਹੈ, ਇੱਥੇ ਗੱਲ ਇਹ ਹੈ ਕਿ ਪਵਿੱਤਰ ਸ਼ਹਿਰ ਦਾ ਦਰਜਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਮਿਲੇ। ਇਹ ਮੰਗ ਜਾਂ ਇੱਕ ਮੁਹਿੰਮ ਜਿਹੜੀ ਪ੍ਰੋਫੈਸਰ ਸਾਹਿਬ ਚਲਾ ਰਹੇ ਨੇ,
ਇਹ ਪੰਜਾਬੀ ਇਹਦੇ 'ਚ ਕਿੰਨਾ ਯੋਗਦਾਨ ਪਾਉਂਦੇ ਨੇ, ਮੈਂ ਤੁਹਾਡੇ ਨਾਲ ਛੱਡ ਕੇ ਇਸ ਗੱਲਬਾਤ ਨੂੰ ਇੱਥੇ ਹੀ ਖਤਮ ਕਰਨਾ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।